ਅਧਿਆਇ 9 ਹਾਂ ਪੱਖੀ ਸੋਚ ਦਾ ਮਹੱਤਵ ਯਾਨੀ ਕਿ ਇੰਪੋਰਟੈਂਸ ਆਫ ਪੋਜ਼ਿਟਿਵ ਥਿੰਕਿੰਗ। ਲੇ ਬਰਾਊਨ ਦਾ ਕਹਿਣਾ ਹੈ ਦਿਨ 'ਚ 1440 ਮਿੰਟ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਸਕਾਰਾਤਮਕ ਪ੍ਰਭਾਵ ਪਾਉਣ ਲਈ ਸਾਡੇ ਕੋਲ 1440 ਮੌਕੇ ਹੁੰਦੇ ਹਨ। ਜੋ ਵਿਅਕਤੀ ਇਹ ਜਾਣਦਾ ਹੈ ਕਿ ਕੰਮ ਕਿਵੇਂ ਕਰਨਾ ਹੈ ਉਹ ਹਮੇਸ਼ਾ ਨੌਕਰੀ ਕਰਦਾ ਹੋਵੇਗਾ, ਪਰ ਜਿਹੜਾ ਵਿਅਕਤੀ ਕਿਉਂ ਜਾਣਦਾ ਹੈ ਉਹ ਹਮੇਸ਼ਾ ਬੌਸ ਹੋਵੇਗਾ। ਵਧੀਆ ਚਿੰਤਕ ਸਮੱਸਿਆਵਾਂ ਹੱਲ ਕਰਦੇ ਹਨ। ਉਹਨਾਂ ਕੋਲ ਕਦੇ ਵੀ ਕਿਸੇ ਸੰਸਥਾ ਦੀ ਉਸਾਰੀ ਕਰਨ ਦੇ ਖਿਆਲਾਂ ਦੀ ਘਾਟ ਨਹੀਂ ਹੁੰਦੀ ਅਤੇ ਉਹਨਾਂ ਨੂੰ ਹਮੇਸ਼ਾ ਬਿਹਤਰ ਭਵਿੱਖ ਦੀ ਉਮੀਦ ਹੁੰਦੀ ਹੈ। ਵਧੀਆ ਸੋਚਵਾਨ ਸ਼ਾਇਦ ਹੀ ਕਦੇ ਫਾਇਦਾ ਉਠਾਉਣ ਵਾਲੇ ਜਾਂ ਧੋਖਾ ਦੇਣ ਦੀ ਤਾਕ 'ਚ ਰਹਿਣ ਵਾਲੇ ਬੇਕਿਰਕ ਲੋਕਾਂ ਤੇ ਰਹਿਮ ਤੇ ਜਿਉਂਦੇ ਹਨ। ਆਪਣੀਆਂ ਜ਼ਿੰਦਗੀਆਂ 'ਚ ਤਬਦੀਲੀ ਲਿਆਉਣ ਵਾਲੇ ਜਾਂ ਪਰਿਵਾਰਕ ਲੀਹਾਂ ਨੂੰ ਤੋੜਨ ਵਾਲੇ ਲੋਕ ਕਿਉਂ ਬਾਰੇ ਸੋਚਦੇ ਹਨ। ਉਹ ਆਪਣੀ ਕਿਉਂ ਨਾਲ ਜੁੜੇ ਹੁੰਦੇ ਹਨ। ਇਸ ਕਰਕੇ ਉਹ ਕਦੇ ਵੀ ਇਸ ਨੂੰ ਅਣਡਿੱਠ ਨਹੀਂ ਕਰਦੇ। ਕੁਝ ਵੀ ਉਹਨਾਂ ਦਾ ਰਾਹ ਨਹੀਂ ਰੋਕਦਾ। ਉਹ ਨਿਸ਼ਾਨੇ 'ਤੇ ਇੰਨੇ ਕੇਂਦਰਿਤ ਹੁੰਦੇ ਹਨ ਕਿ ਉਹ ਜ਼ਿੰਦਗੀ ਦੀ ਵਿਸ਼ਾਲ ਤਸਵੀਰ ਦੇਖਦੇ ਹਨ। ਤੁਹਾਨੂੰ ਉਸ ਨਾਲ ਜੁੜਨ ਦੀ ਲੋੜ ਹੈ। ਤੁਹਾਡੀ ਹਕੀਕਤ ਤੁਹਾਡੇ ਸੋਚਣ ਦੇ ਨਮੂਨਿਆਂ ਵੱਲੋਂ ਘੜੀ ਜਾਂਦੀ ਹੈ। ਹੁਣ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਆਪਣੀ ਸੋਚ ਨੂੰ ਬਦਲੋ। ਇਹ ਮਾਮੂਲੀ ਗੱਲ ਲੱਗ ਸਕਦੀ ਹੈ, ਪਰ ਇਸ ਲਈ ਇਹੀ ਜ਼ਰੂਰੀ ਹੁੰਦਾ ਹੈ। ਜੇ ਤੁਸੀਂ ਆਪਣੇ ਆਲੇ ਦੁਆਲੇ ਦੇ ਸਫਲ ਲੋਕਾਂ ਦੀ ਛਾਣਬੀਣ ਕਰੋ, ਤੁਸੀਂ ਦੇਖੋਗੇ ਕਿ ਉਹ ਕਦੇ ਵੀ ਗੱਪਾਂ ਨਹੀਂ ਮਾਰਦੇ ਜਾਂ ਨਕਾਰਾਤਮਕ ਗੱਲਾਂ ਨਹੀਂ ਕਰਦੇ। ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਨਾ ਨਹੀਂ ਚਾਹੁੰਦੇ। ਸਕਾਰਾਤਮਕ ਸੋਚ ਵਾਲੇ ਲੋਕ ਹਮੇਸ਼ਾ ਹੱਲ ਪੇਸ਼ ਕਰਦੇ ਹਨ। ਜੇ ਤੁਸੀਂ ਕੋਈ ਚੀਜ਼ ਵੇਚ ਰਹੇ ਹੋ ਅਤੇ ਤੁਹਾਨੂੰ ਆਪਣਾ ਇਹ ਕੰਮ ਪਸੰਦ ਨਹੀਂ ਹੈ ਤਾਂ ਤੁਹਾਡੇ ਗਾਹਕ ਤੁਹਾਡੇ ਅੰਦਰਲੀ ਉਥਲ-ਪੁਥਲ ਨੂੰ ਭਾਂਪ ਲੈਣਗੇ। ਤੁਹਾਡੇ ਮਨ 'ਤੇ ਭਾਰੂ ਸੋਚਾਂ ਨੂੰ ਦੂਜਿਆਂ ਦਾ ਅਵਚੇਤਨ ਭਾਂਪ ਸਕਦਾ ਹੈ, ਕਿਉਂਕਿ ਅਸੀਂ ਸਾਰੇ ਉਸੇ ਪੱਧਰ 'ਤੇ ਜੁੜੇ ਹੁੰਦੇ ਹਾਂ ਜਿਵੇਂ ਤੁਸੀਂ ਆਪਣੇ ਸੁਪਨਿਆਂ ਅਤੇ ਇੱਛਾਵਾਂ ਨਾਲ ਜੁੜੇ ਹੁੰਦੇ ਹੋ। ਦਾ ਵਰਜਨ ਸਲਤਨਤ ਦੀ ਕਹਾਣੀ। ਕਾਰੋਬਾਰ ਵਿੱਚ ਇੱਕ ਚੀਜ਼ ਨਿਸ਼ਚਿਤ ਹੈ, ਤੁਸੀਂ ਅਤੇ ਤੁਹਾਡੇ ਇਰਦ ਗਿਰਦ ਕੰਮ ਕਰਨ ਵਾਲਾ ਹਰ ਕੋਈ ਗਲਤੀਆਂ ਕਰੇਗਾ। ਇਹ ਕਹਿਣਾ ਹੈ ਇੱਕ ਕਾਰੋਬਾਰੀ ਧਨਾਢ ਲੇਖਕ ਅਤੇ ਪਰਉਪਕਾਰੀ ਸਰ ਰਿਚਰਡ ਬ੍ਰੈਂਸਨ ਦਾ। ਸਰ ਰਿਚਰਡ ਬ੍ਰੈਂਸਨ ਦੀ ਅੰਦਾਜ਼ਨ ਸ਼ੁੱਧ ਦੌਲਤ $5 ਅਰਬ ਹੈ ਅਤੇ ਉਹ ਵਰਜਨ ਗਰੁੱਪ ਅਧੀਨ 400 ਕੰਪਨੀਆਂ ਚਲਾਉਂਦਾ ਹੈ। ਉਹ ਇੱਕ ਐਸੀ ਸ਼ਖਸੀਅਤ ਹੈ ਕਿ ਸਾਰੇ ਉੱਭਰ ਰਹੇ ਕਾਰੋਬਾਰੀ ਉਸੇ ਵਰਗਾ ਬਣਨ ਦੀ ਇੱਛਾ ਰੱਖਦੇ ਹਨ। ਬ੍ਰੈਂਸਨ ਨੂੰ ਡਿਸਲੈਕਸੀਆ, ਸ਼ਬਦਾਂ ਨੂੰ ਪੜ੍ਹਨ ਅਤੇ ਉਚਾਰਨ ਦੀ ਸਮੱਸਿਆ ਹੈ ਅਤੇ ਉਸ ਦੀ ਅਕਾਦਮਿਕ ਕਾਰਗੁਜ਼ਾਰੀ ਮਾੜੀ ਸੀ। ਉਸ ਦੇ ਇੱਕ ਅਧਿਆਪਕ ਨੇ ਕਹਿ ਦਿੱਤਾ ਸੀ ਕਿ ਸ਼ਾਇਦ ਉਸ ਦਾ ਅੰਤ ਜੇਲ੍ਹ ਹੋਵੇ, ਜਾਂ ਜੇ ਉਹ ਖੁਸ਼ਕਿਸਮਤ ਹੋਇਆ ਤਾਂ ਕਰੋੜਪਤੀ ਬਣ ਜਾਊ। ਸਕੂਲ ਵਿੱਚ ਮਾੜੀ ਕਾਰਗੁਜ਼ਾਰੀ ਕਾਰਨ ਅਧਿਆਪਕ ਅਕਸਰ ਨੌਜਵਾਨ ਬ੍ਰੈਂਸਨ ਨੂੰ ਕੁਟਾਪਾ ਚਾੜ੍ਹਦੇ। ਮਾੜੇ ਭਾਗਾਂ ਨੂੰ ਉਦੋਂ ਡਿਸਲੈਕਸੀਆ ਦੀ ਜਾਣਕਾਰੀ ਨਹੀਂ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ ਇਸ ਦਾ ਇਲਾਜ ਕਿਵੇਂ ਕਰਨਾ ਹੈ। ਇਸ ਲਈ ਅਧਿਆਪਕ ਉਸ ਨੂੰ ਬੁੱਧੂ ਸਮਝਦੇ ਸਨ ਅਤੇ ਉਸ ਦੇ ਨਾਲ ਦੇ ਵਿਦਿਆਰਥੀ ਉਸ ਨੂੰ ਚਿੜਾਉਂਦੇ ਰਹਿੰਦੇ ਸਨ। ਆਖਰਕਾਰ ਉਸ ਨੇ ਸਕੂਲ ਛੱਡਣ ਦਾ ਫੈਸਲਾ ਕਰ ਲਿਆ। 19 ਸਾਲ ਦੀ ਉਮਰ 'ਚ ਉਹ ਲੰਦਨ ਆ ਗਿਆ ਅਤੇ ਇੱਕ ਮਿਊਜ਼ਿਕ ਰਿਕਾਰਡ ਵੇਚਣ ਵਾਲੀ ਛੋਟੀ ਜਿਹੀ ਕੰਪਨੀ ਵਰਜਨ ਮੇਲ ਆਰਡਰ ਸ਼ੁਰੂ ਕਰ ਲਈ। ਨੌਜਵਾਨ ਬ੍ਰੈਂਸਨ ਦੇ ਅਸਫਲ ਕਾਰੋਬਾਰ ਦੀ ਮਦਦ ਕਰਨ ਲਈ ਉਸ ਦੀ ਮਾਤਾ ਨੇ ਦਰਿਆਦਿਲ ਹੋ ਕੇ ਆਪਣਾ ਘਰ ਦੁਬਾਰਾ ਗਹਿਣੇ ਰੱਖਣ ਦੀ ਪੇਸ਼ਕਸ਼ ਕੀਤੀ। ਬ੍ਰੈਂਸਨ ਨੇ ਛੇਤੀ ਹੀ ਸਮਝ ਲਿਆ ਕਿ ਕਾਰੋਬਾਰ ਚੱਲਦਾ ਰੱਖਣ ਲਈ ਉਸ ਕੋਲ ਆਪਣਾ ਸਟੋਰ ਹੋਣਾ ਜ਼ਰੂਰੀ ਹੈ। ਇਸੇ 'ਚੋਂ ਰਿਕਾਰਡਿੰਗ ਸਟੂਡੀਓ ਸ਼ੁਰੂ ਹੋਇਆ ਅਤੇ ਵਰਜਨ ਰਿਕਾਰਡਸ ਦਾ ਜਨਮ ਹੋਇਆ। ਡਿਸਲੈਕਸੀਆ ਤੋਂ ਪੀੜਤ ਇਹ ਨੌਜਵਾਨ, ਜਿਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਸੀ ਅਤੇ ਜਿਸ ਨੇ ਨਾ ਕਹਿਣ ਦੇਣ ਵਾਲਿਆਂ ਤੋਂ ਕਿਨਾਰਾ ਕਰ ਲੈਣ ਦਾ ਰਾਹ ਚੁਣਿਆ, ਹੁਣ ਮਿਊਜ਼ਿਕ ਰਿਕਾਰਡ ਲਾਂਚ ਕਰ ਰਿਹਾ ਸੀ ਅਤੇ ਸੈਕਸ ਪਿਸਟਲਸ, ਦਾ ਰੋਲਿੰਗ ਸਟੋਨਸ ਵਰਗੇ ਮਿਊਜ਼ਿਕ ਨੂੰ ਮਨਜ਼ੂਰੀ ਦੇ ਰਿਹਾ ਸੀ। ਛੇਤੀ ਹੀ ਉਹ ਸਭ ਤੋਂ ਵੱਡੀ ਆਜ਼ਾਦ ਰਿਕਾਰਡ ਕੰਪਨੀ ਬਣ ਕੇ ਸਥਾਪਿਤ ਹੋ ਗਿਆ। ਮਿਊਜ਼ਿਕ ਦੇ ਕਾਰੋਬਾਰ 'ਚ ਸਫਲਤਾ ਤੋਂ ਬਾਅਦ ਬ੍ਰੈਂਸਨ ਨੇ ਆਪਣੀ ਏਅਰਲਾਈਨ ਸ਼ੁਰੂ ਕਰਨ ਦਾ ਫੈਸਲਾ ਲਿਆ। ਅੱਜ ਦੁਨੀਆ ਦੇ 30 ਤੋਂ ਵਧੇਰੇ ਮੁਲਕਾਂ ਵਿੱਚ ਵਰਜਨ ਗਰੁੱਪ ਕੰਮ ਕਰ ਰਿਹਾ ਹੈ। ਰਿਚਰਡਸ ਆਪਣੇ ਡਿਸਲੈਕਸੀਆ ਨੂੰ ਬਿਮਾਰੀ ਨਹੀਂ ਸਗੋਂ ਵਿਸ਼ੇਸ਼ ਤੋਹਫਾ ਅਤੇ ਆਪਣੀ ਸਭ ਤੋਂ ਵੱਡੀ ਤਾਕਤ ਕਹਿੰਦਾ ਹੈ। ਜੇ ਰਿਚਰਡ ਆਪਣੇ ਅਧਿਆਪਕਾਂ ਦੇ ਕਹੇ ਉੱਪਰ ਵਿਸ਼ਵਾਸ ਕਰ ਲੈਂਦਾ ਜਾਂ ਆਪਣੇ ਨਾਲ ਦੇ ਵਿਦਿਆਰਥੀਆਂ ਦਾ ਕਿਹਾ ਮਨ 'ਤੇ ਲਾ ਲੈਂਦਾ ਜੋ ਉਸ ਨੂੰ ਕਹਿੰਦੇ ਸਨ ਉਹ ਸੁਸਤ ਜਾਂ ਬੁੱਧੂ ਹੈ, ਤਾਂ ਉਹ ਸਫਲਤਾ ਦੀਆਂ ਉਹ ਸਿਖਰਾਂ ਕਦੇ ਵੀ ਨਾ ਛੂੰਹਦਾ ਜਿੱਥੇ ਉਹ ਹੁਣ ਪਹੁੰਚ ਚੁੱਕਾ ਹੈ। ਉਸ ਦੇ ਕਾਰੋਬਾਰ ਦਾ ਕੁੱਲ ਮੁੱਲ ਇੰਗਲੈਂਡ ਦੀ ਮਹਾਰਾਣੀ ਦੀ ਦੌਲਤ ਨਾਲੋਂ ਜ਼ਿਆਦਾ ਹੈ ਅਤੇ ਉਹ 71,000 ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਇੱਕ ਨੌਜਵਾਨ ਗਬਰੇਟ ਲਈ ਇਸ ਤੋਂ ਚੰਗਾ ਕੀ ਹੋਵੇਗਾ
ਜਿਸ ਨੂੰ ਹਾਈ ਸਕੂਲ ਛੱਡਣਾ ਪਿਆ ਸੀ। ਮੈਂ ਤਾਂ ਇਹੀ ਸਿੱਖਿਆ ਹੈ ਕਿ ਤੁਹਾਨੂੰ ਹੋਰ ਲੋਕਾਂ ਦਾ ਦਿਲੋਂ ਖਿਆਲ ਰੱਖਣਾ ਪਵੇਗਾ ਅਤੇ ਉਹਨਾਂ ਦੀ ਕਦਰ ਕਰਨੀ ਪਵੇਗੀ। ਤੁਹਾਡੇ ਗਾਹਕ ਅਤੇ ਤੁਹਾਡੀ ਜ਼ਿੰਦਗੀ 'ਚ ਆਉਣ ਵਾਲੇ ਲੋਕ ਤੁਹਾਨੂੰ ਦੱਸ ਸਕਦੇ ਹਨ ਕਿ ਉਹ ਅਸਲ ਵਿੱਚ ਤੁਹਾਡੇ ਲਈ ਕਿੰਨੇ ਮਹੱਤਵਪੂਰਨ ਹਨ। ਜਦੋਂ ਮੈਂ ਇਹ ਸਮਝ ਲਿਆ ਕਿ ਮੈਂ ਆਪਣੇ ਕਾਰੋਬਾਰ ਨਾਲ ਹੋਰ ਲੋਕਾਂ ਉੱਪਰ ਪ੍ਰਭਾਵ ਪਾਉਣ ਦੇ ਕਾਬਲ ਹਾਂ, ਤਾਂ ਇਹ ਸੇਲ ਦਾ ਕਾਰੋਬਾਰ ਨਾ ਰਿਹਾ। ਇਹ ਮੇਰੇ ਗਾਹਕਾਂ ਦੀ ਮਦਦ ਕਰ ਸਕਦਾ ਸੀ ਅਤੇ ਉਹ ਨਿਰੇ ਗਾਹਕ ਨਹੀਂ ਸਗੋਂ ਲੋਕ ਬਣ ਗਏ। ਮੈਂ ਪਿਛਲੇ 15 ਸਾਲਾਂ ਤੋਂ ਸਫਲ ਲੋਕਾਂ ਦਾ ਅਧਿਐਨ ਕੀਤਾ ਹੈ। ਉਹ ਤਰ੍ਹਾਂ ਤਰ੍ਹਾਂ ਦੇ ਹਨ, ਪਰ ਉਹਨਾਂ 'ਚੋਂ ਇੱਕ ਗੱਲ ਸਾਂਝੀ ਹੈ, ਉਹ ਸੋਚਦੇ ਕਿਵੇਂ ਹਨ। ਇਹ ਇੱਕ ਐਸੀ ਚੀਜ਼ ਹੈ ਜੋ ਸਫਲ ਲੋਕਾਂ ਨੂੰ ਅਸਫਲ ਲੋਕਾਂ ਤੋਂ ਵੱਖਰਾ ਕਰਦੀ ਹੈ ਅਤੇ ਖੁਸ਼ਖਬਰੀ ਇਹ ਹੈ, ਸਫਲ ਲੋਕ ਕਿਵੇਂ ਸੋਚਦੇ ਹਨ ਉਸ ਦਾ ਭੇਦ ਪਾਇਆ ਜਾ ਸਕਦਾ ਹੈ। ਜੇ ਤੁਸੀਂ ਆਪਣੀ ਸੋਚ ਨੂੰ ਬਦਲ ਲੈਂਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ। ਆਪਣੀ ਮੌਜੂਦਾ ਹਕੀਕਤ ਵੱਲ ਅਤੇ ਇਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ ਕਿ ਤੁਸੀਂ ਕਿੱਥੇ ਪਹੁੰਚਣਾ ਚਾਹੁੰਦੇ ਹੋ ਅਤੇ ਫਿਰ ਤਬਦੀਲੀ ਲਿਆਓ। ਤੁਹਾਨੂੰ ਆਪਣੀ ਸੋਚ ਕਿਉਂ ਬਦਲਣੀ ਚਾਹੀਦੀ ਹੈ? ਚੰਗੀ ਸੋਚ ਤੁਹਾਡੀ ਜ਼ਿੰਦਗੀ ਅੰਦਰ ਬਹੁਤ ਸਾਰੇ ਕੰਮ ਕਰ ਸਕਦੀ ਹੈ। ਕਮਾਈ ਦੇ ਸਕਦੀ ਹੈ, ਸਮੱਸਿਆ ਹੱਲ ਕਰ ਸਕਦੀ ਹੈ ਅਤੇ ਮੌਕੇ ਪੈਦਾ ਕਰ ਸਕਦੀ ਹੈ। ਇਹ ਤੁਹਾਨੂੰ ਨਿੱਜੀ ਤੌਰ 'ਤੇ ਅਤੇ ਪੇਸ਼ੇਵਰ ਤੌਰ 'ਤੇ ਬਿਲਕੁਲ ਹੀ ਨਵੇਂ ਪੱਧਰ 'ਤੇ ਪਹੁੰਚਾ ਸਕਦੀ ਹੈ। ਇਸੇ ਕਾਰਨ ਗੁਰੂ ਅਸਲ 'ਚ ਮਹੱਤਵਪੂਰਨ ਹੁੰਦੇ ਹਨ। ਤੁਸੀਂ ਆਪਣੇ ਇੱਛਤ ਖੇਤਰ ਅਤੇ ਹੋਰ ਖੇਤਰਾਂ 'ਚ ਸਫਲ ਲੋਕਾਂ ਦਾ ਅਤੇ ਨਾਲ ਹੀ ਇਹ ਪਤਾ ਲਗਾਓ ਕਿ ਉਹ ਉੱਥੇ ਕਿਵੇਂ ਪਹੁੰਚੇ। ਸੰਭਾਵਨਾ ਇਹ ਹੈ ਕਿ ਉਹ ਤੁਹਾਨੂੰ ਦੱਸਣਗੇ ਕਿ ਉਹਨਾਂ ਦੀ ਸਫਲਤਾ ਦਾ ਸਿਹਰਾ ਲੀਕ ਤੋਂ ਹਟ ਕੇ ਸੋਚਣ ਅਤੇ ਉਸ 'ਚ ਵਿਸ਼ਵਾਸ ਨਾ ਕਰਨ ਜਾਂ ਉਸ ਵੱਲ ਧਿਆਨ ਨਾ ਦੇਣ ਸਿਰ ਬਚਦਾ ਹੈ ਜੋ ਉਸ ਦੇ ਪਰਿਵਾਰ ਸਮੇਤ ਉਸ ਦੇ ਆਸ-ਪਾਸ ਦੇ ਲੋਕ ਕਹਿ ਜਾਂ ਕਰ ਰਹੇ ਸਨ। ਉਹਨਾਂ ਨੇ ਆਪਣੀ ਅੰਦਰਲੀ ਆਵਾਜ਼ ਉੱਪਰ ਭਰੋਸਾ ਕੀਤਾ। ਦਲੇਰੀ ਦਾ ਉਹ ਜਜ਼ਬਾ ਜੋ ਕਹਿੰਦਾ ਸੀ, ਅੱਗੇ ਵਧੋ ਅਤੇ ਜੋਖਮ ਉਠਾਓ। ਫਿਰ ਉਹਨਾਂ ਨੇ ਘਾਲਣਾ ਕਰ ਲਈ ਅਤੇ ਆਪਣੇ ਆਪ ਨੂੰ ਆਪਣੇ ਸੁੱਖ ਆਰਾਮ 'ਚੋਂ ਬਾਹਰ ਕੱਢ ਲਿਆ। ਜਿਉਂ ਹੀ ਤੁਸੀਂ ਵੱਖਰੀ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੰਦੇ ਹੋ, ਤੁਹਾਡਾ ਮਨੋਰਥ ਬਦਲ ਜਾਵੇਗਾ। ਇਹ ਗੌਰ ਕਰੋ ਕਿ ਆਪਣੀ ਸੋਚ ਨੂੰ ਬਦਲਣ ਲਈ ਤੁਹਾਨੂੰ ਕਿਹਨਾਂ ਚੀਜ਼ਾਂ ਬਾਰੇ ਜਾਣਨ ਦੀ ਲੋੜ ਹੈ। ਇਹ ਆਪਣੇ ਆਪ ਨਹੀਂ ਹੋ ਜਾਂਦਾ। ਸੋਚ ਵਿੱਚ ਤਬਦੀਲੀ ਆਪਣੇ ਆਪ ਨਹੀਂ ਹੁੰਦੀ। ਚੰਗੇ ਖਿਆਲ ਆਪ ਚੱਲ ਕੇ ਕਿਸੇ ਕੋਲ ਨਹੀਂ ਆਉਂਦੇ। ਜੇ ਤੁਸੀਂ ਚੰਗੇ ਖਿਆਲ ਹਾਸਲ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹਨਾਂ ਦੀ ਤਲਾਸ਼ ਕਰਨੀ ਪਵੇਗੀ। ਜੇ ਤੁਸੀਂ ਵਧੀਆ ਸੋਚਵਾਨ ਇਨਸਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਉੱਪਰ ਕੰਮ ਕਰਨਾ ਪਵੇਗਾ ਅਤੇ ਜਦੋਂ ਤੁਸੀਂ ਇੱਕ ਵਾਰ ਇਹ ਕਰ ਲਿਆ ਤਾਂ ਚੰਗੇ ਖਿਆਲ ਸੁਝਣੇ ਸ਼ੁਰੂ ਹੋ ਜਾਂਦੇ ਹਨ। ਦਰਅਸਲ ਕਿਸੇ ਸਮੇਂ ਤੁਸੀਂ ਕਿੰਨੀ ਮਾਤਰਾ 'ਚ ਚੰਗਾ ਸੋਚ ਸਕਦੇ ਹੋ, ਇਹ ਮੁੱਢਲੇ ਤੌਰ 'ਤੇ ਉਸ ਚੰਗੀ ਸੋਚ ਉੱਪਰ ਮੁਨਸਰ ਕਰਦਾ ਹੈ ਜੋ ਤੁਸੀਂ ਪਹਿਲਾਂ ਕਰ ਰਹੇ ਹੁੰਦੇ ਹੋ। ਜਦੋਂ ਅਸੀਂ ਸਫਲਤਾ ਦੇ ਰਾਹ ਤੁਰ ਰਹੇ ਹੁੰਦੇ ਹਾਂ ਅਤੇ ਇੱਕ ਪੱਧਰ 'ਤੇ ਪਹੁੰਚ ਜਾਂਦੇ ਹਾਂ ਤਾਂ ਅਸੀਂ ਸੁਸਤ ਹੋ ਜਾਂਦੇ ਹਾਂ। ਤੁਹਾਡੀ ਰਚਨਾਤਮਕ ਸੋਚ ਫਿਰ ਹੀ ਬਣੀ ਰਹਿ ਸਕਦੀ ਹੈ ਜੇ ਤੁਸੀਂ ਵੱਖਰੀ ਤਰ੍ਹਾਂ ਸੋਚਣਾ ਸ਼ੁਰੂ ਕਰਦੇ ਹੋ। ਅੰਨੀਆਂ ਟੱਕਰਾਂ ਮਾਰਨ ਦੀ ਬਜਾਏ ਤੁਸੀਂ ਚਾਹੁੰਦੇ ਕੀ ਹੋ, ਇਸ ਵੱਲ ਧਿਆਨ ਦੇਣਾ ਪਵੇਗਾ ਅਤੇ ਇਸ ਬਾਰੇ ਸੋਚਣਾ ਪਵੇਗਾ। ਸੋਚਣਾ ਔਖਾ ਕੰਮ ਹੈ। ਇਸੇ ਕਾਰਨ ਬਹੁਤ ਥੋੜ੍ਹੇ ਲੋਕ ਇਹ ਕਰਦੇ ਹਨ ਕਿਉਂਕਿ ਇਹ ਬਹੁਤ ਮੁਸ਼ਕਲ ਹੈ। ਇਸ ਅਮਲ ਨੂੰ ਸੁਧਾਰਨ ਲਈ ਤੁਸੀਂ ਕੋਈ ਵੀ ਸਾਧਨ ਵਰਤਣ ਦੀ ਕੋਸ਼ਿਸ਼ ਕਰਦੇ ਹੋ ਜਿਸ ਦੀ ਮਦਦ ਲਈ ਜਾ ਸਕਦੀ ਹੈ। ਲੇਖਕ ਨੈਪੋਲੀਅਨ ਹਿੱਲ ਨੇ ਕਿਹਾ ਸੀ, ਹੁਣ ਤੱਕ ਧਰਤੀ ਵਿੱਚੋਂ ਜਿੰਨਾ ਸੋਨਾ ਕੱਢਿਆ ਗਿਆ ਹੈ ਉਸ ਤੋਂ ਵਧੇਰੇ ਮਨੁੱਖੀ ਸੋਚਾਂ ਵਿੱਚੋਂ ਕੱਢਿਆ ਜਾ ਚੁੱਕਾ ਹੈ। ਸੁਚੱਜੇ ਤਰੀਕੇ ਨਾਲ ਸੋਚਣ ਦੇ ਸਮਰੱਥ ਮਨੁੱਖੀ ਮਨ ਹੀਰੇ ਦੀ ਖਾਨ ਦੀ ਤਰ੍ਹਾਂ ਹੁੰਦਾ ਹੈ ਜੋ ਕਦੇ ਨਹੀਂ ਮੁੱਕਦੀ। ਇਹ ਅਨਮੋਲ ਹੈ। ਅਸੀਂ ਹੀਰੇ ਤਿਆਰ ਕਰਦੇ ਹਾਂ। ਤੁਹਾਡੇ ਲਈ ਇਹ ਤੈਅ ਕਰਨਾ ਜ਼ਰੂਰੀ ਹੈ ਕਿ ਤੁਸੀਂ ਹਰ ਚੀਜ਼ ਨੂੰ ਕੰਟਰੋਲ ਕਰਨਾ ਹੈ। ਭਲਕ ਨੂੰ ਤੁਸੀਂ ਕੀ ਬਣਨਾ ਚਾਹੁੰਦੇ ਹੋ? ਬਿਹਤਰ ਸੋਚਵਾਨ ਕਿਵੇਂ ਬਣਿਆ ਜਾਵੇ? ਵਧੀਆ ਜਾਣਕਾਰੀ ਨਾਲ ਰਾਬਤਾ ਬਣਾਓ। ਚੰਗੇ ਸੋਚਵਾਨ ਹਮੇਸ਼ਾ ਖਿਆਲਾਂ ਦਾ ਪੂੰਜੀ ਨਿਵੇਸ਼ ਕਰਦੇ ਹਨ। ਕਿਤਾਬਾਂ ਪੜ੍ਹੋ, ਟੇਪਾਂ ਸੁਣੋ ਅਤੇ ਚੰਗੇ ਸੋਚਵਾਨ ਇਨਸਾਨਾਂ ਨਾਲ ਸਮਾਂ ਗੁਜ਼ਾਰੋ। ਕਈ ਵਾਰ ਤੁਹਾਡੇ ਲਈ ਆਪਣਾ ਮਾਹੌਲ ਬਦਲਣਾ ਜ਼ਰੂਰੀ ਹੁੰਦਾ ਹੈ। ਇਹ ਇੱਕ ਵਰਕਸ਼ਾਪ ਲਾਉਣਾ, ਸ਼ਹਿਰੋਂ ਬਾਹਰ ਜਾਣਾ ਜਾਂ ਭਾਈਚਾਰੇ ਦੀ ਸੇਵਾ ਕਰਨਾ ਹੋ ਸਕਦਾ ਹੈ। ਆਪਣੇ ਆਪ ਨੂੰ ਅਲੱਗ-ਥਲੱਗ ਨਾ ਕਰੋ, ਦੂਜਿਆਂ ਤੋਂ ਸਿੱਖੋ। ਆਪਣੇ ਆਪ ਨੂੰ ਉਹਨਾਂ ਥਾਵਾਂ 'ਤੇ ਰੱਖ ਕੇ ਦੇਖੋ ਜੋ ਤੁਹਾਡੇ ਲਈ ਪ੍ਰੇਰਨਾ ਬਣਨ। ਵਧੀਆ ਸੋਚਵਾਨ ਇਨਸਾਨਾਂ ਨਾਲ ਰਾਬਤਾ ਬਣਾਓ। ਚੰਗੇ ਲੋਕਾਂ ਨਾਲ ਸਮਾਂ ਗੁਜ਼ਾਰੋ ਅਤੇ ਉਹਨਾਂ ਨਾਲ ਆਪਣੇ ਖਿਆਲ ਸਾਂਝੇ ਕਰੋ। ਉਹਨਾਂ ਲੋਕਾਂ ਨਾਲ ਸੰਵਾਦ ਰਚਾਓ ਜੋ ਆਪਣੀ ਸੋਚ ਅਤੇ ਆਪਣੇ ਅਮਲ ਨਾਲ ਤੁਹਾਨੂੰ ਚੁਣੌਤੀ ਦਿੰਦੇ ਹਨ। ਉਹ ਲਗਾਤਾਰ ਤਰੱਕੀ ਕਰਨ ਅਤੇ ਸਿੱਖਿਆ ਲਈ ਯਤਨਸ਼ੀਲ ਹਨ। ਜੇ ਤੁਸੀਂ ਤੀਖਣ ਬੁੱਧੀ ਵਾਲੇ ਬਣਨਾ ਚਾਹੁੰਦੇ ਹੋ ਤਾਂ ਤੀਖਣ ਬੁੱਧੀ ਵਾਲੇ ਲੋਕਾਂ ਦੇ ਅੰਗ ਸੰਗ ਰਹੋ। ਵਧੀਆ ਸੋਚ ਰੱਖੋ ਅਤੇ ਉਸ ਉੱਪਰ ਅਮਲ ਕਰੋ।
ਵਧੀਆ ਸੋਚਵਾਨ ਬਣਨ ਲਈ ਤੁਹਾਨੂੰ ਸੋਚ ਪ੍ਰਕਿਰਿਆ ਲਈ ਪੱਕਾ ਇਰਾਦਾ ਧਾਰ ਕੇ ਕੰਮ ਕਰਨਾ ਪਵੇਗਾ। ਤੁਸੀਂ ਆਪਣੀ ਸਮਾਂ ਸੂਚੀ ਅਤੇ ਕੰਮ ਢੰਗ ਵਿਕਸਿਤ ਕਰ ਸਕਦੇ ਹੋ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜਾ ਕੰਮ ਚੁਣਦੇ ਹੋ। ਆਪਣੀ ਕੰਮ ਵਾਲੀ ਜਗ੍ਹਾ 'ਤੇ ਜਾਓ, ਕਾਗਜ਼ ਪੈਨ ਲਓ ਅਤੇ ਆਪਣੇ ਦਿਮਾਗ 'ਚੋਂ ਆ ਰਹੇ ਖਿਆਲਾਂ ਨੂੰ ਨੋਟ ਕਰਨਾ ਯਕੀਨੀ ਬਣਾਓ। ਖਿਆਲਾਂ ਦੀ ਉਮਰ ਥੋੜ੍ਹੀ ਹੁੰਦੀ ਹੈ। ਤੁਹਾਨੂੰ ਉਹਨਾਂ ਉੱਪਰ ਤੁਰੰਤ ਕੰਮ ਕਰਨਾ ਚਾਹੀਦਾ ਹੈ। ਹਰ ਦਿਨ ਤੁਹਾਡੇ ਦਿਮਾਗ 'ਚ ਬਹੁਤ ਸਾਰੇ ਖਿਆਲ ਆਉਂਦੇ ਹਨ। ਉਹਨਾਂ ਨੂੰ ਸਾਂਭਣਾ ਤੁਹਾਡਾ ਕੰਮ ਹੈ। ਹਮੇਸ਼ਾ ਆਪਣੇ ਕੋਲ ਇੱਕ ਨੋਟਬੁੱਕ ਰੱਖੋ। ਇਹ ਤੁਹਾਨੂੰ ਵੱਖਰੀ ਤਰ੍ਹਾਂ ਸੋਚਣ ਲਾ ਦੇਵੇਗੀ। ਅਮਲ ਨੂੰ ਦੁਹਰਾਓ। ਚੰਗੀ ਸੋਚ ਨਾਲ ਹੀ ਚੰਗੀ ਜ਼ਿੰਦਗੀ ਨਹੀਂ ਬਣ ਜਾਂਦੀ। ਜੇ ਲੋਕਾਂ ਕੋਲ ਇੱਕ ਚੰਗਾ ਖਿਆਲ ਹੈ ਅਤੇ ਉਹ ਆਪਣੇ ਪੂਰੇ ਭਵਿੱਖ 'ਚ ਉਸੇ ਉੱਪਰ ਸਵਾਰ ਰਹਿਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅਕਸਰ ਹੀ ਨਾਖੁਸ਼ ਹੁੰਦੇ ਹਨ। ਸਫਲਤਾ ਉਹਨਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਕੋਲ ਸੋਨੇ ਦਾ ਪੂਰਾ ਪਹਾੜ ਹੈ ਅਤੇ ਜੋ ਇਸ ਨੂੰ ਖੋਦਣ 'ਚ ਲਗਾਤਾਰ ਜੁਟੇ ਰਹਿੰਦੇ ਹਨ। ਬਹੁਤਾਤ 'ਚ ਪਾਉਣ ਲਈ ਤੁਹਾਨੂੰ ਚੰਗੀ ਸੋਚ ਦੇ ਅਮਲ ਨੂੰ ਵਾਰ-ਵਾਰ ਦੁਹਰਾਉਣ ਦੀ ਲੋੜ ਹੈ। ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਵਾਧਾ ਅਤੇ ਵਿਕਾਸ ਹਮੇਸ਼ਾ ਹੁੰਦਾ ਰਹਿੰਦਾ ਹੈ ਅਤੇ ਫਿਰ ਤੁਸੀਂ ਬਹੁਤ ਸਾਰੀਆਂ ਦਿਸ਼ਾਵਾਂ 'ਚ ਕੰਮ ਕਰ ਸਕਦੇ ਹੋ। ਆਪਣੇ ਖਿਆਲਾਂ ਨੂੰ ਸ਼ਕਲ ਦਿਓ ਅਤੇ ਇਹਨਾਂ ਨੂੰ ਵਿਸਤਾਰ ਦਿਓ। ਜੇ ਤੁਹਾਨੂੰ ਸ਼ਾਨਦਾਰ ਖਿਆਲ ਔੜਦੇ ਹਨ ਅਤੇ ਤੁਸੀਂ ਉਹਨਾਂ ਨੂੰ ਬੱਝਵਾਂ ਰੂਪ ਦੇਣ ਲਈ ਸਮਾਂ ਲਗਾਉਂਦੇ ਹੋ ਤਾਂ ਇਹ ਨਾ ਸੋਚੋ ਕਿ ਤੁਸੀਂ ਆਪਣਾ ਕੰਮ ਨਿਬੇੜ ਲਿਆ ਹੈ ਅਤੇ ਤੁਸੀਂ ਹੁਣ ਇੱਥੇ ਰੁਕ ਸਕਦੇ ਹੋ। ਜੇ ਤੁਸੀਂ ਇੰਝ ਕਰਦੇ ਹੋ ਤਾਂ ਤੁਸੀਂ ਸੋਚ ਅਮਲ ਦੇ ਬੇਹੱਦ ਵਡਮੁੱਲੇ ਪੱਖਾਂ ਨੂੰ ਗੁਆ ਬੈਠੋਗੇ। ਤੁਸੀਂ ਦੂਜਿਆਂ ਨੂੰ ਇਸ ਵਿੱਚ ਸ਼ਾਮਲ ਕਰਨ ਅਤੇ ਉਹਨਾਂ ਖਿਆਲਾਂ ਨੂੰ ਵੱਧ ਤੋਂ ਵੱਧ ਸਮਰੱਥਾ ਤੱਕ ਵਿਸ਼ਾਲ ਕਰਨ ਤੋਂ ਖੁੰਝ ਜਾਂਦੇ ਹੋ। ਮੈਂ ਇੱਕ ਗੁਰ ਲੱਭਿਆ ਹੈ ਜੋ ਤੁਹਾਡੀਆਂ ਸੋਚਾਂ ਦਾ ਦਾਇਰਾ ਵਿਸ਼ਾਲ ਕਰ ਸਕਦਾ ਹੈ। ਮੈਂ ਆਪਣੀਆਂ ਕਮਜ਼ੋਰੀਆਂ ਉੱਪਰ ਕੇਂਦਰਿਤ ਨਹੀਂ ਕਰਦਾ, ਮੈਂ ਆਪਣੇ ਮਜ਼ਬੂਤ ਪੱਖਾਂ ਉੱਪਰ ਕੇਂਦਰਿਤ ਕਰਦਾ ਹਾਂ ਅਤੇ ਇਹੀ ਅਸੂਲ ਮੈਂ ਆਪਣੇ ਨਾਲ ਕੰਮ ਕਰਦੇ ਹੋਰ ਲੋਕਾਂ ਉੱਪਰ ਲਾਗੂ ਕਰਦਾ ਹਾਂ। ਮੈਂ ਆਪਣੇ ਮੁਲਾਜ਼ਮਾਂ ਦੇ ਮਜ਼ਬੂਤ ਪੱਖਾਂ ਨੂੰ ਉਤਸ਼ਾਹਿਤ ਕਰਕੇ ਅਗਲੇ ਉਚੇਰੇ ਪੱਧਰ 'ਤੇ ਲਿਜਾਣਾ ਪਸੰਦ ਕਰਦਾ ਹਾਂ ਤਾਂ ਜੋ ਉਹ ਆਪਣੀ ਤਾਕਤ ਆਪਣੀਆਂ ਕਮਜ਼ੋਰੀਆਂ ਉੱਪਰ ਨਾ ਖਰਚਦੇ ਰਹਿਣ। ਇਹ ਸਕਾਰਾਤਮਕ ਸੋਚ ਦੀ ਤਾਕਤ ਹੈ ਜੋ ਮੈਨੂੰ ਮੇਰੇ ਨਿਸ਼ਾਨਿਆਂ ਅਤੇ ਯੋਜਨਾਵਾਂ ਉੱਪਰ ਕੇਂਦਰਿਤ ਰਹਿਣ ਦਾ ਬਲ ਬਖਸ਼ਦੀ ਹੈ। ਇਹ ਕਹਿੰਦੀ ਹੈ ਸਹੀ ਸੋਚ ਪਲੱਸ ਸਹੀ ਵਜ੍ਹਾ ਕਰਕੇ ਸਹੀ ਸਮੇਂ 'ਤੇ ਸਹੀ ਮਾਹੌਲ 'ਚ ਸਹੀ ਲੋਕ ਭਾਵ ਸਹੀ ਨਤੀਜੇ। ਇਸ ਸੁਮੇਲ ਨੂੰ ਹਰਾਉਣਾ ਮੁਸ਼ਕਲ ਹੈ। ਹਰ ਸ਼ਖਸ ਦੀ ਤਰ੍ਹਾਂ ਹਰ ਸੋਚ 'ਚੋਂ ਕੁਝ ਸ਼ਾਨਦਾਰ ਬਣਨ ਦੀ ਸੰਭਾਵਨਾ ਹੁੰਦੀ ਹੈ। ਜਦੋਂ ਤੁਸੀਂ ਆਪਣੀਆਂ ਸੋਚਾਂ ਨੂੰ ਵਿਸ਼ਾਲ ਕਰਨ ਦੀ ਜਗ੍ਹਾ ਲੱਭ ਲੈਂਦੇ ਹੋ ਤਾਂ ਇਹ ਸੰਭਾਵਨਾ ਤੁਹਾਡੇ ਹੱਥ ਲੱਗ ਜਾਂਦੀ ਹੈ। ਬੁੱਧੀ ਦੀ ਭਰਪੂਰ ਵਰਤੋਂ ਬੇਹੱਦ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਜਦੋਂ ਦੋ ਸਿਰ ਜੁੜਦੇ ਹਨ ਤਾਂ ਤੁਹਾਡੇ ਖਿਆਲਾਂ ਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ ਅਤੇ ਤੁਸੀਂ ਹੱਲ ਲੱਭ ਸਕਦੇ ਹੋ। ਜੇ ਤੁਸੀਂ ਥੋੜ੍ਹਾ ਅੱਗੇ ਵਧਣਾ ਚਾਹੁੰਦੇ ਹੋ ਤਾਂ ਆਪ ਅੱਗੇ ਵਧੋ, ਪਰ ਜੇ ਤੁਸੀਂ ਉਸ ਤੋਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਟੀਮ ਨੂੰ ਨਾਲ ਲੈ ਕੇ ਚੱਲੋ। ਵਿਸ਼ਾਲ ਸੋਚ ਪੈਦਾ ਕਰੋ। ਵਿਸ਼ਾਲ ਸੋਚ ਕਿਸੇ ਵੀ ਵਿਅਕਤੀ ਲਈ ਕਿਸੇ ਵੀ ਕਿੱਤੇ 'ਚੋਂ ਲਾਭਦਾਇਕ ਹੋ ਸਕਦੀ ਹੈ। ਜਿੱਥੋਂ ਤੱਕ ਸਫਲਤਾ ਦਾ ਸਵਾਲ ਹੈ, ਲੋਕਾਂ ਦਾ ਮੁਲਾਂਕਣ ਇੰਚਾਂ, ਪੌਂਡਾਂ, ਕਾਲਜ ਦੀਆਂ ਡਿਗਰੀਆਂ ਜਾਂ ਪਰਿਵਾਰਕ ਪਿਛੋਕੜ ਨੂੰ ਮੁੱਖ ਰੱਖ ਕੇ ਨਹੀਂ ਕੀਤਾ ਜਾਂਦਾ। ਉਹਨਾਂ ਦਾ ਮੁਲਾਂਕਣ ਉਹਨਾਂ ਦੀ ਸੋਚ ਦੇ ਆਕਾਰ ਤੋਂ ਕੀਤਾ ਜਾਂਦਾ ਹੈ। ਮਿਸਾਲ ਵਜੋਂ ਕੋਈ ਇੱਕ ਚੀਜ਼ ਵੇਚਣ ਨਾਲੋਂ ਗਾਹਕਾਂ ਨਾਲ ਲਗਾਤਾਰ ਰਿਸ਼ਤਾ ਵਧੇਰੇ ਮਹੱਤਵਪੂਰਨ ਹੈ। ਸੋਚਣੀ ਲਹਿਰਾਂ ਵਾਂਗ ਉਥਲ-ਪੁਥਲ ਮਚਾ ਸਕਦੀ ਹੈ ਜਿਸ ਦਾ ਪ੍ਰਭਾਵ ਲੰਬੇ ਸਮੇਂ ਲਈ ਰਹਿ ਸਕਦਾ ਹੈ। ਤੁਸੀਂ ਸੋਚਣਾ ਤਾਂ ਹੈ ਹੀ, ਫਿਰ ਵਿਸ਼ਾਲ ਕਿਉਂ ਨਾ ਸੋਚਿਆ ਜਾਵੇ। ਵਿਸ਼ਾਲ ਸੋਚ ਵਿਅਕਤੀ 'ਚ ਸਮੁੱਚਤਾ ਅਤੇ ਪਰਿਪੱਕਤਾ ਲਿਆਉਂਦੀ ਹੈ। ਇਹ ਭਵਿੱਖ ਨਕਸ਼ਾ ਦਿੰਦੀ ਹੈ। ਇਹ ਤਸਵੀਰ ਦੇ ਫਰੇਮ ਨੂੰ ਵੱਡਾ ਬਣਾਉਣ ਦੀ ਤਰ੍ਹਾਂ ਹੈ ਅਤੇ ਇਸ ਅਮਲ 'ਚ ਤੁਸੀਂ ਨਾ ਸਿਰਫ ਉਸ ਦਾ ਘੇਰਾ ਵਿਸ਼ਾਲ ਕਰ ਰਹੇ ਹੋ ਜੋ ਤੁਸੀਂ ਦੇਖ ਸਕਦੇ ਹੋ, ਸਗੋਂ ਜਿਸ ਨੂੰ ਤੁਸੀਂ ਕਰ ਸਕਦੇ ਹੁੰਦੇ ਹੋ। ਆਪਣੇ ਦਿਮਾਗ ਨੂੰ ਉਸੇ ਤਰੀਕੇ ਨਾਲ ਸੋਚਣ ਲਈ ਤਿਆਰ ਕਰੋ ਜੋ ਤੁਹਾਡਾ ਦਿਲ ਸੋਚਦਾ ਹੈ। ਜੇ ਤੁਹਾਡਾ ਮਨ ਕਹਿੰਦਾ ਹੈ ਕਿ ਤੁਸੀਂ ਫਲਾਣਾ ਕੰਮ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀ ਸੋਚ ਨੂੰ ਖਤਮ ਕਰ ਦਿਓ। ਇਹ ਮਹਿਜ਼ ਤੁਹਾਡੀ ਪ੍ਰੋਗਰਾਮਿੰਗ ਹੈ। ਤੁਹਾਡੇ ਲਈ ਉਸ ਤੋਂ ਅਗਲੇ ਪੱਧਰ 'ਤੇ ਪਹੁੰਚਣਾ ਸੰਭਵ ਹੈ। ਸਿੱਖਣਾ ਜਾਰੀ ਰੱਖੋ। ਵੱਡੇ ਚਿੰਤਕ ਕਦੇ ਵੀ ਉਸ ਨਾਲ ਸੰਤੁਸ਼ਟ ਨਹੀਂ ਹੁੰਦੇ ਜੋ ਉਹਨਾਂ ਨੂੰ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ। ਉਹ ਹਮੇਸ਼ਾ ਨਵੇਂ ਸਥਾਨਾਂ 'ਤੇ ਜਾਂਦੇ ਹਨ, ਨਵੇਂ ਲੋਕਾਂ ਨੂੰ ਮਿਲਦੇ ਹਨ, ਨਵੇਂ ਹੁਨਰ ਸਿੱਖਦੇ ਹਨ। ਇਸੇ ਕਰਕੇ ਅਕਸਰ ਹੀ ਉਹ ਉਸ ਨੂੰ ਜੋੜਨ ਦੇ ਕਾਬਲ ਹੁੰਦੇ ਹਨ ਜੋ ਅਜੇ ਤੱਕ ਜੁੜਿਆ ਨਹੀਂ ਹੁੰਦਾ। ਉਹ ਪੂਰੀ ਜ਼ਿੰਦਗੀ ਸਿੱਖਦੇ ਰਹਿਣ ਵਾਲੇ ਸਿਖਾਂਦਰੂ ਹੁੰਦੇ ਹਨ। ਮੈਂ ਤੁਹਾਨੂੰ ਹਮੇਸ਼ਾ ਸਿੱਖਣ ਦੇ ਮੌਕੇ ਲੱਭਦੇ ਰਹਿਣ ਦੀ ਸਲਾਹ ਦਿੰਦਾ ਹਾਂ। ਖੁੱਲ੍ਹੇ ਮਨ ਵਾਲੇ ਬਣੋ ਅਤੇ ਵਿਕਸਣ ਲਈ ਤਿਆਰ ਰਹੋ।
ਹਰ ਰੋਜ਼ ਤੁਹਾਡੇ ਕੋਲ ਸਿੱਖਣ ਦੇ ਬਹੁਤ ਸਾਰੇ ਮੌਕੇ ਹੁੰਦੇ ਹਨ। ਹੈਨਰੀ ਡੇਵਿਡ ਥੋਰੋ ਦਾ ਕਹਿਣਾ ਹੈ, ਆਪਣੇ ਸੁਪਨਿਆਂ ਦੇ ਲਈ ਪੂਰੇ ਸਵੈ ਵਿਸ਼ਵਾਸ ਨਾਲ ਅੱਗੇ ਵਧੋ। ਉਹ ਜ਼ਿੰਦਗੀ ਜੀਓ ਜਿਸ ਦੀ ਤੁਸੀਂ ਕਲਪਨਾ ਕੀਤੀ ਹੈ। ਥੈਂਕ ਯੂ।